ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਵਾਗਤ। ਮੈਂ ਹਰੀਮਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਪਿੱਛੇ ਲੁਕੀ ਸੱਚਾਈ ਨੂੰ ਤੁਹਾਡੇ ਸਾਹਮਣੇ ਉਜਾਗਰ ਕਰਦੇ ਹਾਂ ਔਰ ਇਹ ਕੰਮ ਕਰਦੇ ਨੇ ਸਾਡੇ ਮਾਹਰ ਮਹਿਮਾਨ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਇਸ ਕੰਮ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜੋਗਿੰਦਰ ਸੰਧੂ ਜੀ। ਸੰਧੂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਰੀਮਾ ਜੀ, ਧੰਨਵਾਦ ਜੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੀ ਜਿਹੜੀ ਪਹਿਲੀ ਖਬਰ ਹੈ ਉਹ ਇਸ ਤਰ੍ਹਾਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਅਨਲੌਕ 2 ਦੇ ਤਹਿਤ ਅੱਜ ਸ਼ਾਮ 4 ਵਜੇ ਜਨਤਾ ਨੂੰ ਸੰਬੋਧਨ ਕਰਨਾ ਹੈ। ਜਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਵੀ ਸਕਰੀਨ ਤੇ ਆਉਂਦੇ ਨੇ, ਜਨਤਾ ਦੇ ਮਨ 'ਚ ਲੱਖਾਂ ਸਵਾਲ ਹੁੰਦੇ ਆ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਰੀਮਾ ਜੀ, ਪ੍ਰਧਾਨ ਮੰਤਰੀ ਦਾ ਇਹ ਫਰਜ਼ ਬਣਦਾ ਹੈ ਕਿਉਂਕਿ ਉਹ ਦੇਸ਼ ਦੀ ਅਗਵਾਈ ਕਰ ਰਹੇ ਨੇ ਜੀ। ਉਹਨਾਂ ਨੇ ਹਰ ਮਾਮਲੇ ਵਿੱਚ ਦੇਸ਼ ਦੀ ਅਗਵਾਈ ਕਰਨੀ ਹੈ। ਔਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ 6-7 ਮਹੀਨਿਆਂ ਤੋਂ ਪੂਰਾ ਸੰਸਾਰ ਜਿਹੜਾ ਉਹ ਕਰੋਨਾ ਦੀ ਲਪੇਟ ਵਿੱਚ ਆਇਆ, ਉਸ ਨੂੰ ਲੈ ਕੇ ਵੱਖ-ਵੱਖ ਫੈਸਲੇ ਕਰਨੇ ਪਏ ਜੀ। ਔਰ ਇਹ ਸਾਰਾ ਦਾਰੋਮਦਾਰ ਜਿਹੜਾ ਇਹ ਸਾਰੀ ਜ਼ਿੰਮੇਵਾਰੀ ਹੈ ਆਪੋ ਆਪਣੀ ਸਰਕਾਰਾਂ ਦੀ ਹੁੰਦੀ ਹੈ। ਜਿਸ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਸੰਕਟ ਬਣਦਾ ਹੈ, ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ, ਉਸ ਦੇ ਨਾਲ ਕਿਵੇਂ ਨਜਿੱਠਣਾ ਹੈ, ਕਿਸ ਤਰ੍ਹਾਂ ਦਾ ਹੱਲ ਕਰਨਾ ਹੈ, ਕੀ ਪੇਸ਼ਬੰਦੀਆਂ ਕਰਨੀਆਂ, ਕੀ ਇਲਾਜ ਕਰਨਾ ਹੈ ਜੀ, ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਚਾਹੀਦੇ ਨੇ, ਕੀ ਇਹਤਿਆਤ ਵਰਤਣਾ ਚਾਹੀਦਾ, ਇਹ ਉੱਥੋਂ ਦੀਆਂ ਸਰਕਾਰਾਂ ਨੇ ਫੈਸਲਾ ਕਰਨਾ ਹੁੰਦਾ ਹੈ। ਭਾਰਤ ਸਰਕਾਰ ਵੀ ਇਸ ਸੰਬੰਧ ਵਿੱਚ ਸ਼ੁਰੂ ਤੋਂ ਲੈ ਕੇ ਹੀ ਯਤਨਸ਼ੀਲ ਹੈ। ਜਦੋਂ ਪਹਿਲੀ ਵਾਰ ਲਾਕਡਾਊਨ ਲਾਇਆ ਗਿਆ ਸੀ ਮਾਰਚ ਦੇ ਵਿੱਚ, ਤੇ ਉਸ ਵੇਲੇ ਮੈਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀ ਕਿ 21 ਦਿਨ ਜਿਹੜੇ ਉਹਨਾਂ ਨੇ ਦੇਸ਼ ਵਾਸੀਆਂ ਤੋਂ ਮੰਗੇ ਸੀ ਕਿ 21 ਦਿਨ ਮੈਨੂੰ ਦੇ ਦਿਓ, ਨਹੀਂ ਤੇ ਸਾਡਾ ਦੇਸ਼ 21 ਸਾਲ ਪਿੱਛੇ ਚਲਾ ਜਾਵੇਗਾ। ਔਰ ਸ਼ਾਇਦ ਉਹ ਜਿਹੜੇ 21 ਦਿਨ ਉਹਨਾਂ ਨੇ ਮੰਗੇ ਸੀਗੇ, ਉਹ ਦੇਸ਼ ਵਾਸੀਆਂ ਨੇ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਉਹਨਾਂ ਨੂੰ ਉਹ 21 ਦਿਨ ਜਿਹੜੀ ਸੀ ਉਹ ਸਹਿਮਤੀ ਦਿੱਤੀ ਔਰ ਪੂਰਾ ਸਖਤੀ ਨਾਲ ਉਸ ਦਾ ਪਾਲਣ ਵੀ ਕੀਤਾ ਗਿਆ ਜੀ। ਕਿਉਂਕਿ ਦੇਸ਼ ਵਾਸੀਆਂ ਨੂੰ ਵੀ ਸ਼ਾਇਦ ਉਸ ਵੇਲੇ ਲੱਗਦਾ ਸੀ ਕਿ 21 ਦਿਨਾਂ ਤੋਂ ਬਾਅਦ ਸ਼ਾਇਦ ਹਾਲਾਤ ਸੁਖਾਵੇਂ ਹੋ ਜਾਣਗੇ ਜਾਂ ਕਾਫੀ ਕੁਝ ਜਿਹੜਾ ਉਹ ਠੀਕ ਹੋ ਜਾਏਗਾ। ਪਰ ਉਸ ਸਿਸਟਮ ਨੂੰ ਅੱਗੇ ਕਦਮ ਦਰ ਕਦਮ ਜਿਹੜਾ ਸੀ ਉਹ ਵਧਾਉਣਾ ਪਿਆ। ਉਸ ਤੋਂ ਬਾਅਦ ਵੀ ਲਾਕਡਾਊਨ ਲਾਉਣਾ ਪਿਆ, ਦੇਸ਼ ਦੇ ਵਿੱਚ ਕਰਫਿਊ ਵੀ ਲਾਉਣਾ ਪਿਆ। ਇਸ ਵੇਲੇ ਮੌਜੂਦਾ ਸਮੇਂ ਦਰਮਿਆਨ ਵੀ ਜਿਹੜਾ ਰਾਤ ਦਾ ਕਰਫਿਊ ਉਹ ਲਾਗੂ ਹੈ। ਬੇਸ਼ੱਕ ਜਿਹੜਾ ਲਾਕਡਾਊਨ ਹੈ ਉਸ ਨੂੰ ਹੁਣ ਅਨਲੌਕ ਕੀਤਾ ਜਾ ਰਿਹਾ ਹੈ। ਪਹਿਲਾ ਅਨਲੌਕ ਜਿਹੜਾ ਪਿਛਲੇ ਮਹੀਨੇ ਕੀਤਾ ਗਿਆ ਸੀ ਉਸ ਦੀ ਮਿਆਦ ਅੱਜ ਖਤਮ ਹੋ ਰਹੀ ਹੈ। ਕੱਲ੍ਹ ਤੋਂ ਜਿਹੜਾ ਅਨਲੌਕ 2 ਹੈ ਉਹ ਸ਼ੁਰੂ ਹੋ ਜਾਏਗਾ। ਉਸ ਦੇ ਵਿੱਚ ਕੀ ਕੀਤਾ ਜਾਣਾ ਹੈ, ਪਹਿਲਾਂ ਵਾਲੇ ਦੇ ਵਿੱਚ ਕੀ ਕੀਤਾ ਗਿਆ ਸੀਗਾ, ਇਹ ਸਾਰੀ ਗੱਲ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਵੀ ਰੱਖਣਗੇ। ਪਹਿਲਾਂ ਵੀ ਲੋਕਾਂ ਦੇ ਸਾਹਮਣੇ ਕਾਫੀ ਕੁਝ ਆ ਚੁੱਕਾ ਹੈ, ਬਾਕੀ ਦਾ ਜਿਹੜਾ ਹੈ ਉਹ ਵੀ ਵਿਸਥਾਰਪੂਰਵਕ ਲੋਕਾਂ ਦੇ ਸਾਹਮਣੇ ਆ ਜਾਏਗਾ। ਪਰ ਜੇ ਆਪਾਂ ਇਹਦੇ ਬਾਰੇ ਸੰਖੇਪ 'ਚ ਗੱਲ ਕਰੀਏ ਕਿ ਕੀਤਾ ਕੀ ਜਾਣਾ ਚਾਹੀਦਾ ਹੈ, ਜੀ ਜੀ, ਦੋ ਚੀਜ਼ਾਂ ਇਹਦੇ ਵਿੱਚ ਹੈ। ਇੱਕ ਤਾਂ ਇਹ ਹੈ ਕਿ ਕੀ ਸਰਕਾਰ ਦੇ ਕੋਲ ਜਾਂ ਸਾਡੇ ਦੇਸ਼ ਵਿੱਚ ਇਸ ਬਿਮਾਰੀ ਦਾ ਕੋਈ ਢੁਕਵਾਂ ਇਲਾਜ ਹੈ ਜੀ। ਪਹਿਲੀ ਗੱਲ, ਜੇ ਸਾਡੇ ਕੋਲ ਢੁਕਵਾਂ ਇਲਾਜ ਹੋਵੇ ਤਾਂ ਸਾਨੂੰ ਥੋੜ੍ਹੀ ਜਿਹੀ ਸਾਡੀ ਚਿੰਤਾ ਜਿਹੜੀ ਉਹ ਘਟ ਜਾਂਦੀ ਹੈ ਜੀ। ਦੂਜੀ ਗੱਲ ਇਹ ਹੈ ਕਿ ਜੇ ਸਾਡੇ ਕੋਲ ਅਜੇ ਇਲਾਜ ਨਹੀਂ ਹੈ ਤੇ ਬਿਮਾਰੀ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਅੰਕੜੇ ਜਿਹੜੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ, ਵਿਸ਼ਵ ਦੇ ਵਿੱਚ ਵੀ ਵੱਧ ਰਹੇ ਆ, ਭਾਰਤ ਵਿੱਚ ਵੀ ਵੱਧ ਰਹੇ ਆ, ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਵੱਧ ਰਹੇ ਆ, ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਤੇ ਫਿਰ ਅਸੀਂ ਕੀ ਕਰਨਾ ਹੈ ਜੀ? ਉਸ ਸੰਬੰਧ ਦੇ ਵਿੱਚ ਸਾਡੇ ਕੋਲ ਇਹ ਰਸਤਾ ਬਚਦਾ ਹੈ ਕਿ ਅਸੀਂ ਸੁਰੱਖਿਆ ਵਜੋਂ ਕੀ ਕਦਮ ਚੁੱਕਣੇ ਆ ਤੇ ਕੀ ਨਿਯਮ ਅਪਣਾਉਣੇ ਆ। ਕੀ ਉਹਨਾਂ ਨਿਯਮਾਂ ਨੂੰ ਅਸੀਂ ਠੀਕ ਢੰਗ ਦੇ ਨਾਲ ਅਪਣਾ ਰਹੇ ਹਾਂ ਕਿ ਨਹੀਂ? ਜਿਹੜਾ ਅਨਲੌਕ 1 ਦੇ ਵਿੱਚ ਜੋ ਫੈਸਲੇ ਕੀਤੇ ਗਏ ਸੀ, ਕੀ ਉਹਨਾਂ ਨੂੰ ਠੀਕ ਢੰਗ ਦੇ ਨਾਲ ਲਾਗੂ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ? ਸਰਕਾਰ ਨੇ ਇਸ ਚੀਜ਼ ਦੀ ਵੀ ਸਮੀਖਿਆ ਕਰਨੀ ਹੁੰਦੀ ਹੈ। ਤੇ ਜਿਹੜਾ ਅਨਲੌਕ 2 ਹੈ ਉਹਦੇ ਵਿੱਚ ਕੀ ਕੁਝ ਕੀਤਾ ਜਾਣਾ, ਸਰਕਾਰ ਨੇ ਇਸ ਚੀਜ਼ ਦੀ ਵੀ ਸਮੀਖਿਆ ਕਰਨੀ ਹੈ ਕਿ ਸਾਡੇ ਦੇਸ਼ ਦੇ ਉੱਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਪਏਗਾ। ਕਿਉਂਕਿ ਜਿਹੜੀ ਵੱਡੀ ਗੱਲ ਹੈ ਔਰ ਬਹੁਤ ਜ਼ਰੂਰੀ ਵੀ ਹੈ, ਮਹੱਤਵਪੂਰਨ ਵੀ ਇਹ ਹੈ ਕਿ ਦੇਸ਼ ਨੂੰ ਇੰਨੇ ਲੰਮੇ ਸਮੇਂ ਤੱਕ ਰੋਕ ਕੇ ਰੱਖਿਆ ਨਹੀਂ ਜਾ ਸਕਦਾ। ਦੇਸ਼ ਨੂੰ ਚਲਾਉਣਾ ਵੀ ਹੈ, ਜੀਵਨ ਜਿਹੜਾ ਉਹ ਚੱਲਣ ਦਾ ਨਾਂ ਹੈ, ਜ਼ਿੰਦਗੀ ਜਿਹੜੀ ਉਹ ਚੱਲਣ ਦਾ ਨਾਂ ਹੈ। ਪਰ ਉਹਨੂੰ ਚਲਾਉਣਾ ਹੈ ਤਾਂ ਸੰਭਾਲ ਕੇ। ਜਿਵੇਂ ਟੋਇਆਂ ਟਿੱਬਿਆਂ ਵਾਲੀ ਟੁੱਟੀ ਭੱਜੀ ਜਿਹੜੀ ਸੜਕ ਹੈ ਜਾਂ ਖਸਤਾ ਹਾਲ ਸੜਕ ਹੈ, ਉਹਦੇ ਵਿੱਚ ਇੱਕ ਡਰਾਈਵਰ ਜਿਹੜਾ ਉਹ ਗੱਡੀ ਨੂੰ ਬੜੀ ਸੰਭਾਲ ਕੇ ਚਲਾਉਂਦਾ ਹੈ ਕਿ ਮੇਰੀ ਗੱਡੀ ਨੂੰ ਹਾਦਸਾ ਨਾ ਵਾਪਰੇ ਤੇ ਮੈਂ ਆਪਣੀ ਮੰਜ਼ਿਲ ਤੇ ਵੀ ਪਹੁੰਚ ਜਾਵਾਂ। ਇਹ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਹੈ ਕਿ ਅਸੀਂ ਆਪਣੀ ਗੱਡੀ ਵੀ ਚਲਾਉਣੀ ਹੈ ਤੇ ਉਹਨੂੰ ਸੁਰੱਖਿਅਤ ਜਿਹੜਾ ਉਹਦੀ ਮੰਜ਼ਿਲ ਵੱਲ ਲੈ ਕੇ ਵੀ ਜਾਣਾ ਜਾਂ ਅਸੀਂ ਮੰਜ਼ਿਲ ਵੱਲ ਅੱਗੇ ਵੱਧਦੇ ਰਹਿਣਾ। ਉਸ ਸੰਬੰਧ ਦੇ ਵਿੱਚ ਜਿਹੜੇ ਨਿਯਮ ਹੁਣ ਅਪਣਾਏ ਜਾਣਗੇ ਜਾਂ ਨਿਯਮ ਲਾਗੂ ਕੀਤੇ ਜਾਣਗੇ ਉਹ ਵੀ ਮੁਨੱਸਰ ਕਰਦਾ ਹੈ, ਨਿਰਭਰ ਕਰਦਾ ਹੈ ਦੇਸ਼ ਵਾਸੀਆਂ ਦੇ ਉੱਤੇ। ਕਿਉਂਕਿ ਸਰਕਾਰ ਜਿਹੜੀ ਆ ਉਹ ਇੱਕ ਆਦਮੀ ਦੇ ਨਾਲ ਖੜੀ ਨਹੀਂ ਰਹਿ ਸਕਦੀ। ਨਾ ਹੀ ਸੁਰੱਖਿਆ ਮੁਲਾਜ਼ਮ ਇੱਕ ਦੇ ਨਾਲ ਖੜੇ ਰਹਿ ਸਕਦੇ ਆ, ਨਾ ਹੀ ਜਿਹੜੇ ਸਿਹਤ ਵਿਭਾਗ ਦੇ ਮੁਲਾਜ਼ਮ ਹੈ ਉਹ ਹੀ ਹਰੇਕ ਆਦਮੀ ਦੇ ਨਾਲ ਖੜੇ ਰਹਿ ਸਕਦੇ ਆ। ਬਹੁਤ ਕੁਝ ਜਿਹੜਾ ਉਹ ਲੋਕਾਂ ਉੱਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ
ਆਪਣੀ ਜ਼ਿੰਮੇਵਾਰੀ ਨੂੰ ਕਿਸ ਢੰਗ ਦੇ ਨਾਲ ਨਿਭਾਉਂਦੇ ਆ, ਜੋ ਹਦਾਇਤਾਂ ਸਰਕਾਰ ਵੱਲੋਂ ਕੀਤੀਆਂ ਗਈਆਂ ਅਸੀਂ ਉਹਨਾਂ ਦਾ ਕਿੰਨਾ ਕੁ ਪਾਲਣ ਕਰਦੇ ਆ। ਅਸੀਂ ਨਾਲੋਂ ਨਾਲ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਇਹ ਵੀ ਦੇਖਦੇ ਰਹਿੰਦੇ ਆ ਕਿ ਲੋਕ ਜਿਹੜੇ ਆ ਉਹ ਕਦੀ ਵੀ ਇਸ ਗੱਲ ਤੋਂ ਟਲਦੇ ਨਹੀਂ। ਵਿਆਹਾਂ ਸ਼ਾਦੀਆਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਇਕੱਠ ਹੋ ਜਾਂਦੇ ਆ, ਜੁਰਮਾਨੇ ਵੀ ਹੁੰਦੇ ਆ। ਕੱਲ ਪਿਛਲੇ ਦਿਨ ਵੀ ਜਿਹੜਾ ਇੱਕ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਗਏ ਸੀਗੇ, ਉਹਨਾਂ ਨੂੰ ਬਹੁਤ ਜ਼ਿਆਦਾ ਜੁਰਮਾਨਾ ਹੋਇਆ ਜੀ। ਸੰਧੂ ਸਾਹਿਬ ਤੁਹਾਡੀ ਇਹ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਸਾਨੂੰ ਧਿਆਨ ਵਿੱਚ ਰੱਖਣੀਆਂ ਪੈਣਗੀਆਂ ਅਨਲੌਕ 2 ਦੇ ਦੌਰਾਨ ਵੀ। ਜੀ ਬਿਲਕੁਲ ਜੀ। ਰੁਕ ਕਰਦੇ ਹਾਂ ਅਗਲੀ ਖਬਰ ਦੀ ਵੱਲ। ਔਰ ਭਾਰਤ ਤੇ ਚੀਨ ਦੇ ਦਰਮਿਆਨ ਪੂਰਬੀ ਲੱਦਾਖ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ, ਉਸ ਵਿਵਾਦ ਦੇ ਚਲਦਿਆਂ ਅੱਜ ਮੇਜਰ ਜਨਰਲ ਲੈਵਲ ਦੀ ਮੀਟਿੰਗ ਵੀ ਹੋਣੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਭਾਰਤ ਦੀ ਆਰਮੀ ਜਿਹੜੀ ਹੈ, ਸੈਨਾ ਜਿਹੜੀ ਹੈ, ਉਹ ਆਪਣੀ ਤਾਕਤ ਵਧਾ ਰਹੀ ਹੈ। ਜੁਲਾਈ ਦੇ ਅੰਤ ਤੱਕ 6 ਰਾਫੇਲ ਜਹਾਜ਼ ਸੈਨਾ ਦੇ ਕੋਲ ਪਹੁੰਚ ਜਾਣੇ ਆ। ਕੀ ਕਹਿਣਾ ਚਾਹੋਗੇ ਸਾਰੇ ਵਰਤਾਰੇ ਨੂੰ ਲੈ ਕੇ? ਇਹ ਮੈਡਮ ਦੋ ਗੱਲਾਂ ਇਹਦੇ ਵਿੱਚ ਹੈ ਜੀ। ਇੱਕ ਤਾਂ ਇਹ ਆ ਕਿ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਫੌਜੀ ਅਧਿਕਾਰੀਆਂ ਦੇ ਪੱਧਰ ਦੇ ਉੱਤੇ, ਇਹ ਤੀਜੀ ਮੀਟਿੰਗ ਹੈ। 2 ਮੀਟਿੰਗਾਂ ਇਸ ਤੋਂ ਪਹਿਲਾਂ ਹੋ ਚੁੱਕੀਆਂ। ਜੀ ਜੀ। ਮੀਟਿੰਗ ਕਿਸ ਮਸਲੇ ਨੂੰ ਲੈ ਕੇ ਹੋ ਰਹੀ ਹੈ? ਮੀਟਿੰਗ ਇਸ ਮਸਲੇ ਨੂੰ ਲੈ ਕੇ ਹੋ ਰਹੀ ਹੈ ਕਿ ਭਾਰਤ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਚੀਨ ਆਪਣੇ ਅਧਿਕਾਰ ਖੇਤਰ ਦਾ ਉਲੰਘਣ ਕਰ ਰਿਹਾ ਹੈ ਜਾਂ ਉਹ ਭਾਰਤੀ ਜ਼ਮੀਨ ਦੇ ਉੱਤੇ ਕਦਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਔਰ ਬਹੁਤ ਸਾਰੇ ਲੋਕਾਂ ਵੱਲੋਂ, ਮੀਡੀਆ ਵੱਲੋਂ, ਵਿਰੋਧੀ ਪਾਰਟੀਆਂ ਵੱਲੋਂ ਇਹ ਵੀ ਦਾਅਵੇ ਕੀਤੇ ਗਏ ਆ, ਕਿਹਾ ਵੀ ਗਿਆ ਹੈ ਕਿ ਉਹਨਾਂ ਨੇ ਬਹੁਤ ਸਾਰੇ ਸਾਡੇ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ। ਪਿਛਲੇ ਮਹੀਨਿਆਂ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਉਹਨਾਂ ਨੇ ਅੱਗੇ ਆ ਕੇ ਸਾਡੇ ਇਲਾਕੇ 'ਤੇ ਕਬਜ਼ਾ ਕੀਤਾ, ਲਦਾਖ ਦੇ ਵਿੱਚ ਵੀ ਸਾਡੇ ਇਲਾਕੇ ਦੇ ਉੱਤੇ ਕਬਜ਼ਾ ਕੀਤਾ। ਔਰ ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਹੁਣ ਜਿਹੜਾ ਚੀਨ ਨੇ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਬਹੁਤ ਢੁਕਵੇਂ ਢੰਗ ਦੇ ਨਾਲ ਉਹਦਾ ਜਵਾਬ ਦੇ ਦਿੱਤਾ ਗਿਆ ਜੀ। ਅਸਲ ਦੇ ਵਿੱਚ ਇਹ ਜਿਹੜੀ ਮਰਜ਼ ਹੈ ਇਹ ਅੱਜ ਦੀ ਨਹੀਂ ਹੈ, ਇਹ ਮਰਜ਼ 1914 ਤੋਂ ਤੁਰੀ ਆ ਰਹੀ ਹੈ। 1914 ਦੇ ਵਿੱਚ ਜਿਸ ਵੇਲੇ ਇੱਥੇ ਬਰਤਾਨਵੀ ਸਰਕਾਰ ਸੀ, ਉਸ ਵੇਲੇ ਇੱਕ ਜਿਹੜਾ ਚੀਨ ਦਾ ਖੇਤਰ ਹੈ ਤੇ ਭਾਰਤ ਦਾ ਖੇਤਰ ਹੈ, ਇਹਦੇ ਸੰਬੰਧ ਦੇ ਵਿੱਚ ਮੈਕਮੋਹਨ ਰੇਖਾ ਜਿਹੜੀ ਹੈ, ਮੈਕਮੋਹਨ ਲਾਈਨ ਖਿੱਚੀ ਗਈ ਸੀ, ਜਿਸ ਨੂੰ ਭਾਰਤ ਨੇ ਤਾਂ ਅਪਣਾ ਲਿਆ, ਮੰਨ ਲਿਆ, ਪਰ ਚੀਨ ਨੇ ਅੱਜ ਤੱਕ ਉਸ ਨੂੰ ਨਹੀਂ ਮੰਨਿਆ ਔਰ ਚੀਨ ਉਸ ਦਾ ਵਾਰ-ਵਾਰ ਉਲੰਘਣ ਕਰਦਾ ਆ ਰਿਹਾ ਹੈ। ਇਸੇ ਉਲੰਘਣ ਕਾਰਨ 62 ਦੀ ਲੜਾਈ ਵੀ ਹੋਈ ਸੀ, ਭਾਵੇਂ ਉਹਦੇ ਵਿੱਚ ਕਿਸੇ ਹੱਦ ਤੱਕ ਦਲਾਈ ਲਾਮਾ ਦਾ ਮਾਮਲਾ ਵੀ ਸ਼ਾਮਲ ਸੀਗਾ। ਪਰ ਉਹ ਜਿਹੜੀ ਗੱਲ ਹੈ ਚੀਨ ਵਾਲੇ ਪਾਸਿਓਂ ਹੁਣ ਤੱਕ, ਅੱਜ ਦੀ ਤਰੀਕ ਤੱਕ ਜਿਹੜੀ ਹੈ ਉਹ ਅੱਗੇ ਤੋਂ ਅੱਗੇ ਚੱਲੀ ਆ ਰਹੀ ਹੈ। ਇੱਕ ਪਾਸੇ ਗੱਲਬਾਤ ਹੋ ਰਹੀ ਹੈ, ਨਾਲ ਇਹ ਕਿਹਾ ਜਾਂਦਾ ਹੈ ਕਿ ਅਸੀਂ ਆਪਣੀਆਂ ਫੌਜਾਂ ਵਾਪਸ ਲੈ ਜਾਵਾਂਗੇ, ਜਿੱਥੇ ਪਹਿਲਾਂ ਵਾਲੀ ਸਥਿਤੀ ਸੀ ਉੱਥੇ ਲੈ ਜਾਵਾਂਗੇ, ਭਾਰਤ ਦਾ ਜਿਹੜਾ ਇਲਾਕਾ ਖਾਲੀ ਕਰ ਦੇਵਾਂਗੇ, ਭਾਰਤ ਵੀ ਆਪਣੀਆਂ ਫੌਜਾਂ ਆਪਣੇ ਅਸਲ ਟਿਕਾਣੇ 'ਤੇ ਲੈ ਜਾਵੇ। ਪਰ ਉਸ ਤੋਂ ਬਾਅਦ ਚੀਨ ਵੱਲੋਂ ਉਹਦੇ ਉੱਤੇ ਅਮਲ ਨਹੀਂ ਕੀਤਾ ਜਾਂਦਾ। ਦੂਜੀ ਗੱਲ ਜਿਹੜੀ ਤੁਸੀਂ ਜਹਾਜ਼ਾਂ ਦੀ ਗੱਲ ਕੀਤੀ ਹੈ, ਉਹ ਇਹਦੇ ਨਾਲ ਜੁੜੀ ਹੋਈ ਹੈ ਕਿ ਜੇ ਗੱਲਬਾਤ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਸਾਡੇ ਕੋਲ ਇਹ ਤਰੀਕਾ ਵੀ ਬਚਦਾ ਹੈ ਕਿ ਅਸੀਂ ਆਪਣੀ ਸੁਰੱਖਿਆ ਦੇ ਜਿਹੜੇ ਉਹ ਪ੍ਰਬੰਧ ਵੀ ਕਰੀਏ। ਹਾਲਾਂਕਿ ਸਾਨੂੰ ਕਿਸੇ ਵੀ ਢੰਗ ਨਾਲ ਜਿਹੜੀ ਹੈ ਉਹ ਲੜਾਈ ਦੀ ਗੱਲ, ਯੁੱਧ ਦੀ ਗੱਲ, ਜੰਗ ਦੀ ਗੱਲ ਉਹਨੂੰ ਸ਼ਹਿ ਨਹੀਂ ਦੇਣੀ ਚਾਹੀਦੀ। ਬੇਸ਼ੱਕ ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀਆਂ ਨੇ, ਸਰਕਾਰ ਦੇ ਉੱਤੇ ਵਾਰ-ਵਾਰ ਦੋਸ਼ ਲਾ ਰਹੀਆਂ ਨੇ, ਮੀਡੀਆ ਵੀ ਇਸ ਗੱਲ ਨੂੰ ਲੈ ਕੇ ਬੜੀ ਜ਼ਿਆਦਾ ਹਵਾ ਦੇ ਰਿਹਾ। ਮੀਡੀਆ ਦੇ ਪੱਧਰ ਦੇ ਉੱਤੇ ਤਾਂ ਆਪਾਂ ਜੇ ਦੇਖੀਏ ਤਾਂ ਜੰਗ ਚੱਲ ਹੀ ਰਹੀ ਹੈ। ਦੂਜੇ ਪਾਸੇ ਦੋਵਾਂ ਦੇਸ਼ਾਂ ਦੇ ਆਪਸੀ ਦਰਮਿਆਨ ਜੋ ਪੈਂਤੜੇਬਾਜ਼ੀ ਹੋ ਰਹੀ ਉਹ ਹੋ ਰਹੀ ਹੈ, ਤੀਜੀ ਸਿਆਸੀ ਪਾਰਟੀਆਂ ਦਰਮਿਆਨ ਹੋ ਰਹੀ ਹੈ। ਸੋ ਇਸ ਸਾਰੇ ਮਾਹੌਲ ਦੇ ਵਿੱਚ ਭਾਰਤ ਸਰਕਾਰ ਨੇ ਕਿਸ ਤਰ੍ਹਾਂ ਦੀਆਂ ਪੇਸ਼ਕਦਮੀਆਂ ਕਰਨੀਆਂ, ਕੀ ਕਦਮ ਚੁੱਕਣੇ ਆ, ਇਹ ਬੜਾ ਸੋਚ ਸੰਭਲ ਕੇ ਵਿਚਾਰ ਕੇ ਕਦਮ ਜਿਹੜੇ ਚੁੱਕਣੇ ਚਾਹੀਦੇ ਆ। ਛੇਤੀ ਕੀਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੱਲਬਾਤ ਦੇ ਨਾਲ ਮਸਲਾ ਹੱਲ ਹੋ ਜਾਏ ਤੇ ਜੰਗ ਤੋਂ ਅਸੀਂ ਟਾਲਾ ਵੱਟ ਜਾਈਏ। ਜੀ ਬਿਲਕੁਲ। ਉਧਰ ਦੂਜੇ ਪਾਸੇ ਚਾਈਨਾ ਦੀਆਂ 59 ਦੇ ਕਰੀਬ ਜਿਹੜੀਆਂ ਪਪੂਲਰ ਐਪਸ ਨੇ ਉਹਨਾਂ ਦੇ ਉੱਪਰ ਭਾਰਤ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਵੀ ਉਸੇ ਤਰ੍ਹਾਂ ਦਾ ਕਦਮ ਹੈ। ਸਾਨੂੰ ਇਹ ਲੱਗਦਾ ਹੈ ਕਿ ਕਿਤੇ ਇਹ ਜਿਹੜਾ ਡਿਜੀਟਲ ਮੀਡੀਆ ਉਹਦੇ ਰਾਹੀਂ ਜਾਂ ਇਸ ਤਰ੍ਹਾਂ ਦੀਆਂ ਐਪਸ ਦੇ ਰਾਹੀਂ ਜਿਹੜੇ ਚੀਨੀ ਹੈਕਰ ਹੈ ਉਹ ਸਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਉਣ ਤੇ ਸਾਡੇ ਕੋਲ ਹੋਰ ਕੋਈ ਢੰਗ ਨਹੀਂ ਹੈ। ਇਸ ਕਰਕੇ ਅਸੀਂ ਇਹਨਾਂ ਐਪਸ ਦੇ ਉੱਤੇ ਉਦੋਂ ਤੱਕ ਪਾਬੰਦੀ ਲਾ ਦਈਏ ਜਦੋਂ ਤੱਕ ਸਾਡੇ ਸੰਬੰਧ ਹੈ ਆਪਸ ਵਿੱਚ ਸੁਖਾਵੇਂ ਨਹੀਂ ਹੁੰਦੇ। ਬਲਕਿ ਜੇ ਤਣਾਅ ਵੱਧਦਾ ਹੈ ਤੇ ਗੱਲ ਕੱਲੀਆਂ ਐਪਸ ਦੇ ਉੱਤੇ ਨਹੀਂ ਰੁਕੇਗੀ, ਉਸ ਤੋਂ ਅੱਗੇ ਆਪਸੀ ਜਿਹੜਾ ਆਦਾਨ ਪ੍ਰਦਾਨ ਹੈ ਉਹਦੇ ਤੇ ਅਸਰ ਪਏਗਾ, ਵਪਾਰ ਦੇ ਉੱਤੇ ਅਸਰ ਪਏਗਾ। ਅਸੀਂ ਬਹੁਤ ਸਾਰਾ ਸਮਾਨ ਜਿਹੜਾ ਚੀਨ ਤੋਂ ਮੰਗਵਾਉਂਦੇ ਹਾਂ, ਚੀਨ ਵੀ ਕਾਫੀ ਹੱਦ ਤੱਕ ਚੀਨ ਦਾ ਕਾਰੋਬਾਰ ਜਿਹੜਾ ਉਹ ਸਾਡੇ ਉੱਤੇ ਵੀ ਨਿਰਭਰ ਕਰਦਾ ਹੈ। ਚੀਨ ਨੇ ਬਹੁਤ ਸਾਰਾ ਜਿਹੜਾ ਨਿਵੇਸ਼ ਉਹ ਸਾਡੇ ਦੇਸ਼ ਵਿੱਚ ਵੀ ਕੀਤਾ, ਅਸੀਂ ਵੀ ਕੀਤਾ ਹੈ।
ਵਿਦਿਆਰਥੀ ਇੱਕ ਦੂਜੇ ਦੇਸ਼ਾਂ ਦੇ ਵਿੱਚ ਪੜ੍ਹਨ ਜਾਂਦੇ ਆ, ਸੈਲਾਨੀ ਜਿਹੜੇ ਉਹ ਘੁੰਮਣ ਲਈ ਜਾਂਦੇ, ਫਿਰ ਸਾਰੀਆਂ ਗੱਲਾਂ ਦੇ ਉੱਤੇ ਅਸਰ ਪੈਂਦਾ ਹੈ ਜੇ ਸੰਬੰਧ ਸੁਖਾਵੇਂ ਨਹੀਂ ਹੁੰਦੇ ਤਾਂ। ਜੀ ਵਧਦੇ ਅਗਲੀ ਖਬਰ ਦੇ ਵੱਲ, ਕਰੋਨਾ ਦਾ ਪ੍ਰਸਾਰ ਜਿਹੜਾ ਹੈ ਪੂਰੇ ਵਿਸ਼ਵ ਦੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਸ਼ਵ ਦੇ ਵਿੱਚ 1 ਕਰੋੜ 2 ਲੱਖ ਤੋਂ ਵੱਧ ਹੋ ਚੁੱਕੇ ਨੇ ਕਰੋਨਾ ਦੇ ਮਾਮਲੇ। ਜੇ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਸੰਧੂ ਸਾਹਿਬ 5.5 ਲੱਖ ਤੋਂ ਜ਼ਿਆਦਾ ਹੋ ਚੁੱਕੇ ਨੇ ਆંકੜੇ, ਔਰ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੱਲ੍ਹ ਹੀ 121 ਨਵੇਂ ਕੇਸ ਆਏ ਨੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਸ਼ ਦੇ ਵਿੱਚ ਭਾਰਤ ਸ਼ਾਮਲ ਹੈ ਜੀ, ਤੇ ਭਾਰਤ ਦੇ ਵਿੱਚ ਹੀ ਪੰਜਾਬ ਸ਼ਾਮਲ ਹੈ ਜੀ। ਜੇ ਇਹ ਮਹਾਮਾਰੀ ਪੂਰੇ ਸੰਸਾਰ ਦੇ ਵਿੱਚ ਫੈਲੀ ਹੈ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦਾ ਅਸਰ ਭਾਰਤ ਤੇ ਨਹੀਂ ਹੋਏਗਾ ਜਾਂ ਪੰਜਾਬ ਤੇ ਨਹੀਂ ਹੋਏਗਾ ਜੀ। ਕਿਸੇ ਜਗ੍ਹਾ ਤੇ ਅਸਰ ਘੱਟ ਹੈ। ਕਿਉਂ ਘੱਟ ਹੈ? ਕਿ ਲੋਕਾਂ ਨੇ ਉੱਥੇ ਜ਼ਿਆਦਾ ਇਹਤਿਆਤ ਵਰਤਿਆ, ਜਾਂ ਸਰਕਾਰ ਨੇ ਸੁਰੱਖਿਆਤਮਕ ਕਦਮ ਜਿਹੜੇ ਉਹ ਜ਼ਿਆਦਾ ਚੁੱਕੇ ਆ, ਜਾਂ ਉਹਨਾਂ ਨੇ ਜ਼ਿਆਦਾ ਉਹਦੇ ਤੋਂ ਬਚਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ। ਆਪਾਂ ਪਹਿਲਾਂ ਹੀ ਇਹ ਗੱਲ ਕਰ ਚੁੱਕੇ ਹਾਂ ਕਿ ਸਾਡੇ ਕੋਲ ਇਸ ਦਾ ਹੋਰ ਕੋਈ ਹੱਲ ਨਹੀਂ, ਜਾਂ ਤੇ ਇਹਦਾ ਕੋਈ ਮੁਸ਼ਕਿਲ ਪੱਕਾ ਇਲਾਜ ਹੋਵੇ, ਜਾਂ ਫਿਰ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਜਦ ਤੱਕ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਦੋਂ ਤੱਕ ਇਹ ਮਾਮਲੇ ਵਧਣਗੇ। ਜਦੋਂ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਜਾਂ ਅਸੀਂ ਇਹਦਾ ਕੋਈ ਪੱਕਾ ਇਲਾਜ ਲੱਭ ਲਵਾਂਗੇ, ਉਦੋਂ ਹੀ ਇਹਨਾਂ ਮਾਮਲਿਆਂ ਨੂੰ ਬ੍ਰੇਕ ਲਾਈ ਜਾ ਸਕਦੀ ਹੈ। ਹਾਲ ਦੀ ਘੜੀ ਇਹ ਦੋਵੇਂ ਗੱਲਾਂ ਜਿਹੜੀਆਂ 100% ਕਿਤੇ ਵੀ ਪੂਰੀਆਂ ਨਹੀਂ ਹੋ ਰਹੀਆਂ। ਨਾ ਲੋਕ ਆਪਣੀਆਂ ਗੱਲਾਂ ਤੋਂ ਬਾਜ਼ ਆ ਰਹੇ ਆ, ਤੇ ਨਾ ਇਲਾਜ ਦੇ ਮਾਮਲੇ ਵਿੱਚ ਇਹਦੇ ਕੋਈ ਪੁਖਤਾ ਗੱਲ ਜਿਹੜੀ ਉਹ ਸਾਹਮਣੇ ਆਈ ਹੈ। ਇਸ ਕਰਕੇ ਉਦੋਂ ਤੱਕ ਸਰਕਾਰ ਨੂੰ ਵੀ ਇਸੇ ਤਰ੍ਹਾਂ ਦੇ ਸੁਰੱਖਿਆਤਮਕ ਕਦਮ ਚੁੱਕਣੇ ਪੈਣਗੇ, ਤੇ ਲੋਕਾਂ ਨੂੰ ਵੀ ਬਚ ਬਚਾ ਕੇ ਹੀ ਚੱਲਣਾ ਪਏਗਾ, ਕਿਉਂਕਿ ਅਜੇ ਤੱਕ ਕਰੋਨਾ ਜਿਹੜਾ ਉਹ ਸਾਡੇ ਨਾਲ ਨਾਲ ਹੀ ਚੱਲ ਰਿਹਾ। ਜੀ ਦੇਖਿਆ ਜਾਵੇ ਤੇ ਕੇਂਦਰ ਸਰਕਾਰ ਨੇ ਤੇ ਇੱਕ ਦਿਨ ਪਹਿਲਾਂ ਹੀ ਅਨਲੌਕ 2 ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ, ਪਰ ਉਧਰ ਪੰਜਾਬ ਦੀ ਸੂਬਾ ਸਰਕਾਰ ਨੇ ਗੱਲ ਕਹੀ ਹੈ ਕਿ ਅਸੀਂ ਸਥਿਤੀ ਦੇ ਮੱਦੇ ਨਜ਼ਰ ਹੀ ਲਾਕਡਾਊਨ ਨੂੰ ਅੱਗੇ ਵਧਾਵਾਂਗੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਲਾਕਡਾਊਨ ਮੁਕੰਮਲ ਤੌਰ ਤੇ ਕਿਤੇ ਵੀ ਨਹੀਂ ਲੱਗ ਰਿਹਾ ਜੀ। ਸਿਰਫ ਜਿਹੜੇ ਕੰਟੋਨਮੈਂਟ ਜ਼ੋਨ ਹੈ ਉਹਨਾਂ ਦੇ ਵਿੱਚ ਜ਼ਰੂਰ ਥੋੜੀ ਜਿਹੀ ਸਖਤੀ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਉੱਥੇ ਘੁੰਮਣ ਫਿਰਨ ਤੇ ਪਾਬੰਦੀ ਲਾਈ ਗਈ ਹੈ। ਦੂਜੀਆਂ ਜਿਹੜੀਆਂ ਸੇਵਾਵਾਂ ਹਨ ਉਹ ਸਾਰੇ ਦੇਸ਼ ਦੇ ਵਿੱਚ, ਜਿਸ ਤਰ੍ਹਾਂ ਮੈਟਰੋ ਦੇ ਉੱਤੇ ਅਜੇ ਪਾਬੰਦੀਆਂ ਜਾਰੀ ਰਹਿਣਗੀਆਂ। ਸਕੂਲ ਕਾਲਜ ਜਿਹੜੇ ਆ ਉਹਨਾਂ ਨੂੰ 31 ਜੁਲਾਈ ਤੱਕ ਬੰਦ ਕਰ ਦਿੱਤਾ ਗਿਆ ਹੈ। ਮਤਲਬ ਜਿਹੜੇ ਹੋਰ ਅਦਾਰੇ ਇਸ ਤਰ੍ਹਾਂ ਦੇ ਨੇ, ਜਿਮ ਨੇ, ਸਪੋਰਟਸ ਅਦਾਰੇ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ ਜਿਹੜੀਆਂ ਪਹਿਲਾਂ ਲੱਗੀਆਂ ਸੀ ਲਾਕਡਾਊਨ ਅਨਲਾਕ 1 ਦੇ ਦਰਮਿਆਨ, ਉਹ ਅਨਲਾਕ 2 ਦੇ ਦਰਮਿਆਨ ਵੀ ਜਾਰੀ ਰਹਿਣਗੀਆਂ। ਔਰ ਮੁਕੰਮਲ ਤੌਰ ਤੇ ਲਾਕਡਾਊਨ ਨਾ ਹੋਰ ਕਿਸੇ ਜਗ੍ਹਾ ਤੇ ਹੈ ਤੇ ਨਾ ਹੀ ਪੰਜਾਬ ਦੇ ਵਿੱਚ ਹੈ। ਪੰਜਾਬ ਸਰਕਾਰ ਦਾ ਇਹ ਕਹਿਣਾ ਵਾਜਬ ਹੈ ਵੀ ਅਸੀਂ ਕੋਈ ਲਾਕਡਾਊਨ ਇਸ ਕਰਕੇ ਲੱਗਦਾ ਸੀਗਾ ਕਿ ਜਿੱਦਾਂ ਜਿੱਦਾਂ ਮਾਮਲੇ ਵੱਧਦੇ ਆ, ਜਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਵੱਧਦੇ ਆ, ਤੇ ਸ਼ਾਇਦ ਸਰਕਾਰ ਜਿਹੜੀ ਹੈ ਉਹ ਫਿਰ ਦੁਬਾਰਾ ਤੋਂ ਮੁਕੰਮਲ ਜਿਹੜਾ ਲਾਕਡਾਊਨ ਲਾ ਦੇਵੇ। ਪਰ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ। ਇਹ ਸਰਕਾਰ ਨੇ ਕਲੀਅਰ ਕੀਤਾ ਕਿ ਅਸੀਂ ਲਾਕਡਾਊਨ ਜਿਹੜਾ ਮੁਕੰਮਲ ਆ ਉਹ ਨਹੀਂ ਲਾਵਾਂਗੇ। ਅਨਲੌਕ ਜਿਹੜਾ 2 ਹੈ ਉਹਦੇ ਜਿਹੜੇ ਨਿਯਮ ਆ ਉਹਨਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਏਗਾ। ਜੀ ਬਿਲਕੁਲ। ਵਧਿਆ ਅਗਲੀ ਖਬਰ ਦੇ ਵੱਲ। ਅਗਲੀ ਖਬਰ ਹੈ ਜੀ, ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਗਿਆ, ਔਰ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, SGPC ਦੋਵਾਂ ਨੇ ਗੱਲ ਕਹੀ ਹੈ ਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਹ ਲਾਂਘਾ ਖੁੱਲ੍ਹਣਾ ਚਾਹੀਦਾ ਹੈ ਭਾਰਤ ਵਾਲੇ ਪਾਸਿਓਂ ਵੀ, ਲੇਕਿਨ ਇਹ ਫੈਸਲਾ ਕੇਂਦਰ ਸਰਕਾਰ ਦੇ ਉੱਪਰ ਨਿਰਭਰ ਕਰਦਾ ਹੈ। ਕੀ ਕਹਿਣਾ ਚਾਹੋਗੇ? ਇਹ ਗੱਲ ਉਸੇ ਤਰ੍ਹਾਂ ਦੀ ਹੈ ਮੈਡਮ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਜ਼ਿੰਦਗੀ ਦੀ ਹਰਕਤ ਜਿਹੜੀ ਆ ਉਹ ਹਰ ਪੜਾਅ ਦੇ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ, ਕੰਮ ਧੰਦੇ ਸਾਰੇ ਸ਼ੁਰੂ ਹੋਣੇ ਚਾਹੀਦੇ ਆ, ਪਰ ਮਜਬੂਰੀ ਹੈ ਜਾਂ ਹਾਲਾਤ ਇਸ ਤਰ੍ਹਾਂ ਦੇ ਆ ਕਿ ਉਹ ਹੋ ਨਹੀਂ ਸਕਦਾ, ਤੇ ਕਰਤਾਰਪੁਰ ਲਾਂਘਾ ਵੀ ਉਹਦੇ ਵਿੱਚ ਹੀ ਸ਼ਾਮਲ ਹੈ। ਬੇਸ਼ੱਕ ਸਾਰੇ ਲੋਕ ਚਾਹੁੰਦੇ ਆ, ਜਿਹੜੇ ਸ਼ਰਧਾਲੂ ਹੈ ਉਹ ਵੀ ਚਾਹੁੰਦੇ ਆ ਲਾਂਘਾ ਖੁੱਲ੍ਹ ਜਾਵੇ। ਲਾਂਘਾ ਪਾਕਿਸਤਾਨ ਵਾਲੇ ਪਾਸਿਓਂ ਖੋਲ੍ਹ ਵੀ ਦਿੱਤਾ ਗਿਆ ਹੈ, ਪਰ ਉੱਥੇ ਜਾਣ ਆਉਣ ਦੀ ਇੱਕ ਪਾਸੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਰਹਿਣ, ਉਹ ਆਪਣੇ ਆਪ ਨੂੰ ਬਚਾ ਕੇ ਰੱਖਣ। ਦੂਜੇ ਪਾਸੇ ਅਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਘੁੰਮਣ ਫਿਰਨ ਲਈ ਜਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਿਹੜਾ ਉਹ ਦੂਜੇ ਪਾਸੇ ਜਾਣ, ਔਰ ਉੱਥੇ ਜਾ ਕੇ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇ, ਕਿਉਂਕਿ ਪਾਕਿਸਤਾਨ ਵੀ ਪਿੱਛੇ ਨਹੀਂ ਹੈ। ਪਾਕਿਸਤਾਨ ਦੇ ਵਿੱਚ ਵੀ ਕਰੋਨਾ ਦੇ ਮਾਮਲੇ ਜਿਹੜੇ ਉਹ ਲਗਾਤਾਰ ਵੱਧ ਰਹੇ ਆ। ਉੱਧਰ ਜਾਂ ਪਾਕਿਸਤਾਨ ਦੇ ਲੋਕ ਹੋਣਗੇ ਜਾਂ ਇੱਧਰ ਭਾਰਤ ਦੇ ਲੋਕ ਹੋਣਗੇ, ਤੇ ਆਪਸ ਵਿੱਚ ਵੀ ਉਹ ਜੇ ਜਾਣਗੇ ਤਾਂ ਕਿਸੇ ਨਾ ਕਿਸੇ ਹੱਦ ਤੱਕ ਮਿਲਣਗੇ, ਚੀਜ਼ਾਂ ਨੂੰ ਵੀ ਛੂਹਣਗੇ, ਟੱਚ ਵੀ ਕਰਨਗੇ, ਆਉਣ ਜਾਣਗੇ ਉਹਨਾਂ ਰਸਤਿਆਂ ਤੋਂ ਚੱਲ ਕੇ। ਇਸ ਗੱਲ ਕਰਕੇ ਅਜੇ ਇਹ ਮੁਸ਼ਕਲ ਜਿਹਾ ਲੱਗਦਾ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕੀਤੀ ਹੈ ਕਿ ਅਸੀਂ ਵੀ ਲਾਂਘਾ ਜਿਹੜਾ ਖੁੱਲ੍ਹਣ ਦੇ ਹੱਕ ਵਿੱਚ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਕਿ ਲਾਂਘਾ ਖੁੱਲ੍ਹਣਾ ਚਾਹੀਦਾ ਹੈ, ਪਰ ਹਾਲਾਤ ਜਿਹੜੇ ਆ ਉਹ ਸਾਜ਼ਗਾਰ ਨਹੀਂ। ਇਸ ਕਰਕੇ ਬੇਸ਼ੱਕ ਲਾਂਘਾ ਖੋਲ੍ਹ ਦਿੱਤਾ ਗਿਆ ਜਾਂ ਨਹੀਂ ਖੋਲ੍ਹ ਦਿੱਤਾ ਗਿਆ, ਉਹਦੇ ਬਾਰੇ ਅਹਤਿਆਤ ਜਿਹੜਾ ਅਜੇ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਕਰੋਨਾ ਦੇ ਉੱਤੇ ਕਾਬੂ ਨਹੀਂ ਪਾ ਲਿਆ ਜਾਂਦਾ। ਬਿਲਕੁਲ ਜੀ। ਵਧਿਆ ਅਗਲੀ ਖਬਰ ਦੇ ਵੱਲ। ਤੇਲ ਦੀਆਂ ਕੀਮਤਾਂ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਔਰ ਇਹਨਾਂ ਵੱਧਦੀਆਂ ਕੀਮਤਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਤੇਲ ਦੀਆਂ ਕੀਮਤਾਂ ਵੱਧਦੀਆਂ ਜਾਂ ਹੋਰ ਕਿਸੇ ਮਾਮਲੇ ਨੂੰ ਲੈ ਕੇ ਮਹਿੰਗਾਈ ਵੱਧਦੀ ਹੈ, ਕਿਸੇ ਵੀ ਚੀਜ਼ ਦੀ ਕੀਮਤ ਵੱਧਦੀ ਹੈ, ਤਾਂ ਵਿਰੋਧੀ ਪਾਰਟੀਆਂ ਨੇ ਉਸ ਦੇ ਉੱਤੇ ਆਪਣਾ ਰੋਸ ਜਿਹੜਾ ਉਹ ਜ਼ਾਹਰ ਕਰਨਾ ਹੀ ਹੁੰਦਾ ਹੈ। ਸਰਕਾਰ ਨੇ ਰੋਸ ਜ਼ਾਹਰ ਨਹੀਂ ਕਰਨਾ, ਕਿਉਂਕਿ ਸਰਕਾਰ ਦੀ ਛਤਰ ਛਾਇਆ ਥੱਲੇ ਤਾਂ ਇਹ ਕੀਮਤਾਂ ਵੱਧਦੀਆਂ ਨੇ। ਇਸ ਵੇਲੇ ਜਿਹੜੀ ਗੱਲ ਚੁੱਭ ਰਹੀ ਆ ਉਹ ਇਸ ਕਰਕੇ ਆ ਕਿ ਕਰੋਨਾ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ 6 ਮਹੀਨਿਆਂ ਤੋਂ, ਭਾਰਤ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ। ਉਹਦੇ ਕਰਕੇ ਕਾਰੋਬਾਰ ਠੱਪ ਹੋ ਗਏ, ਲੋਕਾਂ ਦਾ ਕੰਮ ਜਿਹੜਾ ਉਹ ਪਹਿਲਾਂ ਹੀ ਬਹੁਤ ਪ੍ਰਭਾਵਿਤ ਹੋ ਰਿਹਾ, ਮਹਿੰਗਾਈ ਪਹਿਲਾਂ ਵੱਧ ਰਹੀ ਹੈ, ਆਮਦਨ ਲੋਕਾਂ ਦੀ ਘਟ ਰਹੀ ਹੈ, ਤੇ ਸਰਕਾਰ ਵੱਲੋਂ ਭਾਵੇਂ ਉਹਦੇ ਕੋਈ ਵੀ ਕਾਰਨ ਰਹੇ ਹੋਣ ਜਾਂ ਤੇਲ ਕੰਪਨੀਆਂ ਵੱਲੋਂ ਜਦੋਂ ਆਮ ਲੋਕਾਂ ਦੇ ਉੱਤੇ ਇਸ ਤਰ੍ਹਾਂ ਦਾ ਬੋਝ ਪਾਇਆ ਜਾਂਦਾ ਹੈ ਤੇ ਉਹ ਲੋਕਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਹੈ। ਔਰ ਇਹੋ ਜਿਹੇ ਮੌਕੇ ਦੇ ਉੱਤੇ ਸਰਕਾਰ ਨੂੰ ਸੋਚ ਵਿਚਾਰ ਕੇ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਉਹਨਾਂ ਤੇ ਮੋਹਰ ਲਾਉਣੀ ਚਾਹੀਦੀ ਹੈ ਕਿ ਲੋਕਾਂ ਉੱਤੇ ਇਸ ਤਰ੍ਹਾਂ ਦਾ ਬੋਝ ਜਿਹੜਾ ਹੋਰ ਉਹ ਨਾ ਪਵੇ, ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਆਪਣੀ ਰੋਜ਼ੀ ਰੋਟੀ ਚਲਾਉਣੀ ਜਿਹੜੀ ਉਹ ਬਹੁਤ ਔਖੀ ਹੋ ਰਹੀ ਹੈ, ਖਾਸ ਕਰਕੇ ਹੇਠਲੇ ਵਰਗਾਂ ਨੂੰ, ਤੇ ਇਹਦਾ ਅਸਰ ਵੀ ਬਹੁਤ ਜ਼ਿਆਦਾ ਉਹਨਾਂ ਤੇ ਪੈਣਾ ਹੈ। ਫਿਰ ਇਹਦਾ ਅਸਰ ਟਰਾਂਸਪੋਰਟੇਸ਼ਨ ਦੇ ਉੱਤੇ ਪਏਗਾ, ਉਹਦਾ ਅਸਰ ਮਾਲ ਦੇ ਉੱਤੇ ਪਏਗਾ, ਮਾਲ ਦੀਆਂ ਫਿਰ ਕੀਮਤਾਂ ਵਧਣਗੀਆਂ, ਉਹਨਾਂ ਕੀਮਤਾਂ ਦਾ ਅਸਰ ਫਿਰ ਲੋਕਾਂ ਦੇ ਉੱਤੇ ਪਏਗਾ, ਤੇ ਇੱਕੋ ਚੀਜ਼ ਦੀ ਕੀਮਤ ਵਧਣ ਦੇ ਨਾਲ ਆਮ ਲੋਕਾਂ ਦੇ ਉੱਤੇ ਕਈ ਤਰ੍ਹਾਂ ਨਾਲ ਜਿਹੜਾ ਉਹ ਬੋਝ ਵਧੇਗਾ। ਸਰਕਾਰ ਨੂੰ ਇਸ ਸੰਬੰਧ ਵਿੱਚ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਜਿਵੇਂ ਪਿਛਲੇ 17-18 ਦਿਨਾਂ ਤੋਂ ਲਗਾਤਾਰ ਰੋਜ਼ਾਨਾ ਕਦੀ 10 ਪੈਸੇ, ਕਦੀ 15 ਪੈਸੇ, ਕਦੀ 20 ਪੈਸੇ, ਕਦੀ 25 ਪੈਸੇ ਕੀਮਤ ਵੱਧ ਰਹੀ ਹੈ, ਇਹਨੂੰ ਕਿਤੇ ਨਾ ਕਿਤੇ ਲਗਾਮ ਲਾਉਣੀ ਚਾਹੀਦੀ ਹੈ। ਬਿਲਕੁਲ ਜੀ, ਪਰ ਕਿਆਸਾਂ ਦੇ ਉੱਪਰ ਲਗਾਮ ਕਦੇ ਵੀ ਨਹੀਂ ਲੱਗਦੀ। ਕਿਆਸ ਲਾਏ ਜਾ ਰਹੇ ਸੀਗੇ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਇੱਕ ਵੱਡਾ ਫੇਰ ਬਦਲ ਹੋਣ ਦੀ ਆਸ ਹੈ। ਨਵਜੋਤ ਸਿੰਘ ਸਿੱਧੂ ਦਾ ਫਿਰ ਤੋਂ ਮੁੱਦਾ ਉਭਰਿਆ ਸੀ, ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰੀਆਂ ਕਿਆਸਾਂ ਦੇ ਉੱਪਰ ਰੋਕ ਲਗਾ ਦਿੱਤੀ ਹੈ, ਤੇ ਇਹ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ? ਜੋ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿੱਚ ਵਾਧੇ ਨੂੰ ਲੈ ਕੇ ਕਿਹਾ, ਉਹਨਾਂ ਦੇ ਬਿਆਨ ਦੇ ਵਿੱਚ ਹੀ ਉਹਨਾਂ ਦੇ ਆਪਣੇ ਸਵਾਲਾਂ ਦਾ ਜਵਾਬ ਵੀ ਹੈ, ਤੇ ਇਸ ਸਵਾਲ ਦਾ ਜਵਾਬ ਵੀ ਹੈ ਜਿਹੜਾ ਤੁਸੀਂ ਕੀਤਾ ਹੈ ਜੀ, ਕਿ ਵਾਧਾ ਜਿਹੜਾ ਉਹਨਾਂ ਨੇ ਇੱਕ ਤਾਂ ਇਹਦੇ ਉੱਤੇ ਪੱਕੀ ਹਾਲ ਦੀ ਘੜੀ ਤਾਂ ਰੋਕ ਲਗਾ ਦਿੱਤੀ ਹੈ ਕਿ ਵਾਧਾ ਕਰਨ ਦੀ ਕੋਈ ਲੋੜ ਨਹੀਂ। ਵਾਧਾ ਕਰਨ ਦੀ ਕਿਉਂ ਲੋੜ ਨਹੀਂ? ਜਿਹੜੀ ਪੰਜਾਬ ਸਰਕਾਰ ਉਹਨੇ ਕਿਹਾ ਕਿ ਕਰੋਨਾ ਦੇ ਦੌਰਾਨ ਹੀ 33,000 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਜਿਹੜਾ ਸਰਕਾਰ ਨੂੰ ਸਹਿਣ ਕਰਨਾ ਪੈ ਰਿਹਾ। ਸਰਕਾਰ ਹੋਰ ਬੋਝ ਨਹੀਂ ਝੱਲ ਸਕਦੀ, ਨਾ ਤਾਂ ਮੰਤਰੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਉਹਦੇ ਨਾਲ ਵੀ ਸਰਕਾਰ ਦੇ ਉੱਤੇ ਬੋਝ ਪਵੇਗਾ। ਜੇ ਮੰਤਰੀਆਂ ਦੇ ਅਹੁਦਿਆਂ ਵਿੱਚ ਛੇੜਛਾੜ ਕੀਤੀ ਜਾਂਦੀ ਹੈ, ਕਿਸੇ ਮੰਤਰੀ ਨੂੰ ਹਟਾਇਆ ਜਾਂਦਾ ਹੈ, ਦੂਜੇ ਨੂੰ ਲਾਇਆ ਜਾਂਦਾ ਹੈ, ਤੇ ਸਰਕਾਰ ਦੇ ਵਿੱਚ ਮਤਲਬ ਜਿਹੜੀ ਪਹਿਲਾਂ ਹੀ ਕਾਫੀ ਇਹਦੇ ਵਿੱਚ ਚੁੰਝ ਚਰਚਾ ਚੱਲਦੀ ਰਹਿੰਦੀ ਹੈ ਜਾਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਚੱਲਦੀ ਰਹਿੰਦੀ ਹੈ, ਉਹ ਹੋਰ ਵੱਧ ਸਕਦੀ ਹੈ। ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ ਗੱਲ ਕਰ ਸਕਦੇ ਹਾਂ, ਸ਼ਮਸ਼ੇਰ ਸਿੰਘ ਦੂਲੋ ਦੇ ਮਾਮਲੇ 'ਚ ਗੱਲ ਕਰ ਸਕਦੇ ਹਾਂ ਕਿ ਉਹ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਹੈ। ਜੇ ਕੁਝ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਂਦਾ ਤੇ ਉਹ ਆਲੋਚਨਾ ਹੋਰ ਵੱਧ ਸਕਦੀ ਹੈ। ਹਾਲ ਦੀ ਘੜੀ ਸਰਕਾਰ ਨੇ ਇਹਨਾਂ ਸਾਰੇ ਸਵਾਲਾਂ ਦਾ ਹੱਲ ਇਹ ਲੱਭਿਆ ਕਿ ਵਜ਼ਾਰਤ ਵਿੱਚ ਵਾਧਾ ਕੀਤਾ ਹੀ ਨਾ ਜਾਵੇ, ਹਜੇ ਇਹਨੂੰ ਇਸ ਢੰਗ ਦੇ ਨਾਲ ਜਿਹੜਾ ਰੋਕ ਦਿੱਤਾ ਜਾਵੇ ਕਿ ਕਰੋਨਾ ਦਾ ਸਾਹਮਣਾ ਅਸੀਂ ਕਰ ਰਹੇ ਹਾਂ, ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਤੇ ਸਰਕਾਰ ਜਿਹੜੀ ਉਹ ਠੀਕ ਕੰਮ ਚਲਾ ਰਹੀ ਹੈ, ਮੰਤਰੀ ਸਾਰੇ ਠੀਕ ਕੰਮ ਚਲਾ ਰਹੇ ਆ, ਇਸ ਲਈ ਵਾਧਾ ਕਰਨ ਦੀ ਕੋਈ ਲੋੜ ਨਹੀਂ ਜੀ। ਬਿਲਕੁਲ। ਔਰ ਵਧਦਿਆਂ ਅਗਲੀ ਖਬਰ ਦੇ ਵੱਲ, ਕਰਾਚੀ ਜੋ ਕਿ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਹੈ, ਉੱਥੇ ਇੱਕ ਵੱਡਾ ਹਮਲਾ ਹੋਇਆ ਸਟਾਕ ਐਕਸਚੇਂਜ ਦੇ ਉੱਪਰ। ਇਸ ਹਮਲੇ ਨੂੰ ਕਿਵੇਂ ਵੇਖਦੇ ਹੋ? ਪਾਕਿਸਤਾਨ ਦੇ ਆਪਣੇ ਬੂਟੇ ਲਏ ਆ ਮੈਡਮ, ਜੇ ਆਪਾਂ ਸੰਖੇਪ 'ਚ ਗੱਲ ਕਰੀਏ, ਅੱਤਵਾਦ ਉਹਦਾ ਪੈਦਾ ਕੀਤਾ ਆ, ਅਫਗਾਨਿਸਤਾਨ ਦੀ ਧਰਤੀ 'ਤੇ ਅੱਤਵਾਦ ਚੱਲ ਰਿਹਾ, ਭਾਰਤ ਦੀ ਧਰਤੀ ਉੱਤੇ ਅੱਤਵਾਦ ਚੱਲ ਰਿਹਾ, ਅਤੀਤ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਇਹਦਾ ਸੇਕ ਜਿਹੜਾ ਉਹ ਗਾਹੇ ਬਗਾਹੇ ਸਮੇਂ ਦੇ ਉੱਤੇ ਪਾਕਿਸਤਾਨ ਨੂੰ ਵੀ ਸਹਿਣ ਕਰਨਾ ਪੈਂਦਾ ਹੈ, ਜਿਸ ਤਰ੍ਹਾਂ ਦਾ ਕੱਲ੍ਹ ਉਹਨਾਂ ਨੂੰ ਸਹਿਣ ਕਰਨਾ ਪਿਆ ਕਿ ਦਹਿਸ਼ਤਗਰਦੀ ਹਮਲਾ ਜਿਹੜਾ ਹੋਇਆ, ਔਰ ਇਹ ਹਮਲੇ ਵੀ ਪਾਕਿਸਤਾਨ ਨੂੰ ਉਦੋਂ ਤੱਕ ਸਹਿਣ ਕਰਨੇ ਪੈਂਦੇ ਰਹਿਣਗੇ ਜਦੋਂ ਤੱਕ ਉਹ ਇਸ ਗੱਲ ਤੋਂ ਤੌਬਾ ਨਹੀਂ ਕਰਦਾ, ਬਾਜ਼ ਨਹੀਂ ਆਉਂਦਾ, ਤੇ ਅੱਤਵਾਦ ਨੂੰ ਲਗਾਮ ਲਾਉਣ ਦੇ ਵਿੱਚ ਕੋਈ ਸਖਤ ਤੇ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਦਾ। ਹੁਣ ਤੱਕ ਤੇ ਉਹਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਹੈ, ਤੇ ਗੋਂਗਲੂਆਂ ਤੋਂ ਮਿੱਟੀ ਝਾੜਿਆ ਕਿਸੇ ਮਸਲੇ ਦਾ ਕੋਈ ਹੱਲ ਜਿਹੜਾ ਉਹ ਨਹੀਂ ਹੋ ਸਕਦਾ, ਕਿਉਂਕਿ ਗੋਂਗਲੂਆਂ ਨਾਲ ਮਿੱਟੀ ਹੁੰਦੀ ਹੀ ਨਹੀਂ। ਜੀ ਬਿਲਕੁਲ ਜੀ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ। ਦਿਓ ਮੈਨੂੰ ਇਜਾਜ਼ਤ, ਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ, ਇੰਨੀ ਬਹੁਮੁੱਲੀ ਜਾਣਕਾਰੀ ਦੇਣ ਲਈ। ਧੰਨਵਾਦ ਮੈਡਮ, ਧੰਨਵਾਦ। ਤੁਹਾਡਾ ਵੀ ਧੰਨਵਾਦ।